ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਾਗਦੀ ਜੋਤ ਸਰਬ ਕਲਾ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਉਚਾਰ ਆਰੰਭ ਕੀਤੀ ਹੋਈ ਹੈ, ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 224 ਅੰਗ ਤੱਕ ਵਿਚਾਰ ਕਰ ਚੁੱਕੇ ਹਾਂ। ਅੱਜ 225 ਅੰਗ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਬਲ ਬਖਸ਼ਣ, ਨਦਰ ਕਰਨ। ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ 225 ਅੰਗ 'ਤੇ ਕੀ ਸਮਝਾ ਰਹੇ ਨੇ। ਦੂਜੇ ਭਾਏ ਦੈਂਤ ਸੰਘਾਰੇ, ਆਪ ਹੀ ਦੈਂਤਾਂ ਨੂੰ ਮਾਇਆ ਦੇ ਮੋਹ ਵਿੱਚ ਫਸਾ ਕੇ ਮਾਰਦਾ ਹੈ। ਗੁਰਮੁਖ ਸਾਚ ਭਗਤ ਨਿਸਤਾਰੇ, ਆਪ ਹੀ ਗੁਰੂ ਦੀ ਸ਼ਰਨ ਪਏ ਬੰਦਿਆਂ ਨੂੰ ਆਪਣੇ ਸਿਮਰਨ ਵਿੱਚ, ਆਪਣੀ ਭਗਤੀ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ। ਬੁੱਢਾ ਦੁਰਯੋਧਨ ਪੱਤ ਖੋਈ, ਦੁਰਯੋਧਨ ਹੰਕਾਰ ਵਿੱਚ ਡੁੱਬਿਆ ਤੇ ਆਪਣੀ ਇੱਜ਼ਤ ਗਵਾ ਬੈਠਾ। ਰਾਮ ਨਾ ਜਾਣਿਆ ਕਰਤਾ ਸੋਈ, ਹੰਕਾਰ ਵਿੱਚ ਆ ਕੇ ਉਸਨੇ ਪਰਮਾਤਮਾ ਨੂੰ, ਕਰਤਾਰ ਨੂੰ ਚੇਤੇ ਨਾ ਰੱਖਿਆ। ਇੱਥੋਂ ਤੱਕ ਨਿਗਰਿਆ ਕਿ ਅਨਾਥ ਦ੍ਰੋਪਦੀ ਦੀ ਬੇਪਤੀ ਕਰਨ 'ਤੇ ਉਤਰ ਆਇਆ। ਜਨ ਕੋ ਦੁਖ ਪਚੇ ਦੁਖ ਹੋਈ, ਪਰ ਜਿਹੜੇ ਪਰਮਾਤਮਾ ਦੇ ਦਾਸ ਨੂੰ ਦੁੱਖ ਦਿੰਦਾ ਹੈ ਉਹ ਉਸ ਦੁੱਖ ਦੇ ਕਾਰਨ ਆਪ ਹੀ ਖੁਆਰ ਹੁੰਦਾ ਹੈ। ਉਸ ਨੂੰ ਆਪ ਹੀ ਉਹ ਦੁੱਖ ਮਾਰੂ ਹੋ ਟੁਕਦਾ ਹੈ। ਜਨਮੇਜੈ ਗੁਰ ਸ਼ਬਦ ਨਾ ਜਾਣਿਆ, ਰਾਜਾ ਜਨਮੇਜੈ ਨੇ ਆਪਣੇ ਗੁਰੂ ਦੀ ਸਿੱਖਿਆ ਨੂੰ ਨਾ ਸਮਝਿਆ, ਆਪਣੇ ਧਨ ਤੇ ਅਕਲ ਦਾ ਮਾਣ ਕੀਤਾ। ਕਿਉਂ ਸੁਖ ਪਾਵੈ ਭਰਮ ਭੁਲਾਣਿਆ, ਹੰਕਾਰ ਦੇ ਕਾਰਨ ਭੁਲੇਖੇ ਵਿੱਚ ਪੈ ਕੇ ਕੁਰਾਹੇ ਪੈ ਗਿਆ। ਫਿਰ ਸੁਖ ਕਿੱਥੋਂ ਮਿਲੇ ਸੋ। ਗੁਰੂ ਸਾਹਿਬ ਜੀ ਕੁਐਸਚਨ ਕਰ ਰਹੇ ਨੇ ਕਿ ਹੰਕਾਰ ਵਿੱਚ ਆ ਕੇ ਭੁਲੇਖੇ 'ਚ ਪੈ ਕੇ ਕੁਰਾਹੇ ਪੈ ਗਿਆ, ਫਿਰ ਸੁੱਖ ਕਿੱਥੋਂ ਮਿਲੇ। ਇੱਕ ਤਿਲ ਭੁੱਲੈ ਬਹੁਰ ਪਛਤਾਨਿਆ, ਗੁਰੂ ਨੇ ਸਮਝਾ ਕੇ ਕੋੜ ਦੀ ਭਾਰੀ ਵਿਪਤਾ ਤੋਂ ਬਚਾਉਣ ਦਾ ਉਦਮ ਕੀਤਾ, ਪਰ ਫਿਰ ਵੀ ਥੋੜ੍ਹਾ ਜਿਤਨਾ ਖੁੰਝ ਗਿਆ ਤੇ ਮੁੜ ਪਛਤਾਇਆ। ਹੰਕਾਰ ਬੜੇ ਬੜੇ ਸਿਆਣਿਆਂ ਦੀ ਅਕਲ ਨੂੰ ਚੱਕਰ ਵਿੱਚ ਪਾ ਦਿੰਦਾ ਹੈ। ਕੰਸ ਕੇਸ ਚੰਡੂਰ ਨਾ ਕੋਈ, ਕੰਸ ਕੇਸੀ ਤੇ ਚੰਡੂਰ ਬੜੇ ਬੜੇ ਸੂਰਮੇ ਸਨ। ਸੂਰਮਤਾ ਵਿੱਚ ਇਹਨਾਂ ਦੇ ਬਰਾਬਰ ਦਾ ਕੋਈ ਹੋਰ ਨਹੀਂ ਸੀ। ਰਾਮ ਨਾ ਚੀਨਿਆ ਆਪਣੀ ਪਤ ਖੋਈ, ਪਰ ਆਪਣੀ ਤਾਕਤ ਦੇ ਹੰਕਾਰ ਵਿੱਚ ਇਹਨਾਂ ਪਰਮਾਤਮਾ ਦੀ ਲੀਲਾ ਨੂੰ ਨਾ ਸਮਝਿਆ ਤੇ ਆਪਣੀ ਇੱਜ਼ਤ ਗਵਾ ਲਈ। ਬਿਨ ਜਗਦੀਸ਼ ਨਾ ਰਾਖੈ ਕੋਈ, ਆਪਣੀ ਤਾਕਤ ਦਾ ਮਾਣ ਕੂੜ ਹੈ, ਕੂੜਾ ਹੈ ਆਪਣੀ ਤਾਕਤ ਦਾ ਮਾਣ, ਝੂਠਾ ਹੈ। ਇਹ ਤਾਕਤ ਕੋਈ ਮਦਦ ਨਹੀਂ ਕਰਦੀ। ਕਰਤਾਰ ਤੋਂ ਬਿਨਾਂ ਹੋਰ ਕੋਈ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ। ਬਿਨ ਗੁਰ ਗਰਭ ਨਾ ਮੇਟਿਆ ਜਾਏ, ਹੰਕਾਰ ਬੜਾ ਬਲੀ ਹੈ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਇਸ ਹੰਕਾਰ ਨੂੰ ਅੰਦਰੋਂ ਮਿਟਾਇਆ ਨਹੀਂ ਜਾ ਸਕਦਾ। ਗੁਰਮਤਿ ਧਰਮ ਧੀਰਜ ਹਰਿ ਨਾਏ, ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਧਾਰਨ ਕਰਦਾ ਹੈ ਉਹ ਹੰਕਾਰ ਮਿਟਾ ਕੇ ਧੀਰਜ ਧਾਰਦਾ ਹੈ। ਧੀਰਜ ਬੜਾ ਉੱਚ ਧਰਮ ਹੈ। ਨਾਨਕ ਨਾਮ ਮਿਲੇ ਗੁਣ ਗਾਏ, ਹੇ ਨਾਨਕ ਗੁਰੂ ਦੀ ਸਿੱਖਿਆ 'ਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਤੇ ਜੀਵ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਗੌੜੀ ਮਹੱਲਾ ਪਹਿਲਾ। ਗੌੜੀ ਬਾਣੀ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਚੋਆ ਚੰਦਨ ਅੰਕ ਚੜਾਵੋ, ਮੈਂ ਅਤਰ ਤੇ ਚੰਦਨ ਆਪਣੇ ਸਰੀਰ ਉੱਤੇ ਲਾ ਲਵਾਂ। ਪਾਟ ਪਟੰਬਰ ਪਹਿ ਹੰਡਾਵੋ, ਜੇ ਮੈਂ ਰੇਸ਼ਮੀ ਕੱਪੜੇ ਪਹਿਨ ਕੇ ਹੰਡਾਵਾਂ। ਬਿਨ ਹਰ ਨਾਮ ਕਹਾਂ ਸੁਖ ਪਾਵੋ, ਫਿਰ ਵੀ ਜੇ ਮੈਂ ਪਰਮਾਤਮਾ ਦੇ ਨਾਮ ਤੋਂ ਸੁੰਝਾ ਹਾਂ, ਭਾਵ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਨਹੀਂ, ਤਾਂ ਕਿਤੇ ਵੀ ਮੈਨੂੰ ਸੁੱਖ ਨਹੀਂ ਮਿਲ ਸਕਦਾ। ਕਿਆ ਪਹਿਰੋ ਕਿਆ ਓਡ ਦਿਖਾਵੋ, ਵਧੀਆ ਵਧੀਆ ਕੱਪੜੇ ਪਹਿਨ ਕੇ ਦੂਜਿਆਂ ਨੂੰ ਵਿਖਾਉਣ ਦਾ ਕੀ ਲਾਭ ਹੈ। ਗੁਰੂ ਸਾਹਿਬ ਜੀ ਪ੍ਰਸ਼ਨ ਕਰ ਰਹੇ ਨੇ।
ਬਿਨ ਜਗਦੀਸ਼ ਕਹਾਂ ਸੁਖ ਪਾਵੋ। ਰਹਾਓ, ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਨ ਤੋਂ ਬਿਨਾ ਸੁਖ ਹੋਰ ਕਿਤੇ ਵੀ ਨਹੀਂ ਮਿਲ ਸਕਦਾ। ਭਾਵ ਚਰਨ ਗੁਰੂ ਦੇ ਸ਼ਬਦ ਵਿੱਚ ਜੁੜਨਾ ਹੈ, ਗੁਰੂ ਦੀ ਮੱਤ 'ਤੇ ਚੱਲਣਾ ਹੈ। ਇਹੀ ਹਨ ਗੁਰੂ ਦੇ ਚਰਨ। ਰਹਾਓ, ਰੁਕ ਜਾਣਾ। ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ। ਜੇ ਮੈਂ ਆਪਣੇ ਕੰਨਾਂ ਵਿੱਚ ਕੁੰਡਲ ਪਾ ਲਵਾਂ, ਗਲ ਵਿੱਚ ਮੋਤੀਆਂ ਦੀ ਮਾਲਾ ਪਾ ਲਵਾਂ, ਲਾਲ ਨਿਹਾਲੀ ਫੂਲ ਗਲਾਲਾ, ਮੇਰੀ ਲਾਲ ਰੰਗ ਦੀ ਤੁਲਾਈ ਉੱਤੇ ਗੁਲਾਲ ਫੁੱਲ ਖਿੜੇ ਹੋਏ ਹੋਣ। ਬਿਨ ਜਗਦੀਸ਼ ਕਹਾਂ ਸੁਖ ਭਾਲਾ। ਫਿਰ ਵੀ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਮੈਂ ਕਿਤੇ ਵੀ ਸੁੱਖ ਨਹੀਂ ਲੱਭ ਸਕਦਾ। ਨੈਣ ਸਲੋਨੀ ਸੁੰਦਰ ਨਾਰੀ। ਜੇ ਸੋਹਣੀਆਂ ਅੱਖਾਂ ਵਾਲੀ ਸੁੰਦਰ ਮੇਰੀ ਇਸਤਰੀ ਹੋਵੇ, ਖੋੜ ਸ਼ਿੰਗਾਰ ਕਰੇ ਅਤ ਪਿਆਰੀ। ਉਹ 16 ਕਿਸਮਾਂ ਦੇ ਹਾਰ ਸ਼ਿੰਗਾਰ ਕਰਦੀ ਹੋਵੇ ਅਤੇ ਮੈਨੂੰ ਬਹੁਤ ਪਿਆਰੀ ਲੱਗਦੀ ਹੋਵੇ। ਬਿਨ ਜਗਦੀਸ਼ ਭਜੇ ਨਿਤ ਖੁਆਰੀ। ਫਿਰ ਵੀ ਜਗਤ ਦੇ ਮਾਲਕ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾਂ ਸਦਾ ਖੁਆਰੀ ਹੀ ਹੁੰਦੀ ਹੈ। ਦਰ ਘਰ ਮਹਿਲਾ ਸੇਜ ਸੁਖਾਲੀ। ਜੇ ਮੇਰੇ ਪਾਸ ਵਸਣ ਲਈ ਮਹਿਲ ਮਾੜੀਆਂ ਹੋਣ, ਸੁੱਖ ਦੇਣ ਵਾਲਾ ਮੇਰਾ ਪਲੰਗ ਹੋਵੇ, ਐਨਸ ਫੂਲ ਵਿਛਾਵੈ ਮਾਲੀ। ਉਸ ਉੱਤੇ ਮਾਲੀ ਦਿਨ ਰਾਤ ਫੁੱਲ ਵਿਛਾਉਂਦਾ ਰਹੇ। ਬਿਨ ਹਰ ਨਾਮ ਸੁਖ ਦੇਹ ਦੁਖਾਲੀ। ਫਿਰ ਵੀ ਪਰਮਾਤਮਾ ਦਾ ਸਿਮਰਨ ਤੋਂ ਬਿਨਾਂ ਇਹ ਸਰੀਰ ਦੁੱਖ ਦਾ ਹੀ ਘਰ ਬਣਿਆ ਰਹਿੰਦਾ ਹੈ। ਹੈਵਰ ਗੈਵਰ ਨੇਜੈ ਵਾਜੈ। ਮੇਰੇ ਪਾਸ ਵਧੀਆ ਘੋੜੇ ਵਧੀਆ ਹਾਥੀ ਹੋਣ, ਨੇਜਾ ਬਰਦਾਰ ਫੌਜ ਹੋਵੇ, ਫੌਜੀ ਵਾਜੇ ਵੱਜਦੇ ਹੋਣ, ਲਸ਼ਕਰ ਨੇਮ ਖਵਾਸੀ ਪਾਜੈ। ਲਸ਼ਕਰ ਹੋਣ, ਨਾਇਬ ਹੋਣ, ਸ਼ਾਹੀ ਨੌਕਰ ਹੋਣ, ਇਹ ਸਾਰਾ ਵਿਖਾਵਾ ਹੋਵੇ। ਬਿਨ ਜਗਦੀਸ਼ ਝੂਠੇ ਦਿਵਾਜੈ। ਫਿਰ ਵੀ ਜਗਦੀਸ਼ ਦੇ ਮਾਲਕ ਪ੍ਰਮਾਤਮਾ ਦਾ ਸਿਮਰਨ ਤੋਂ ਬਿਨਾਂ ਇਹ ਤਾਕਤ ਵਿਖਾਵੇ ਨਾਸ਼ਵੰਤ ਹੀ ਹੈ। ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ। ਜੇ ਮੈਂ ਆਪਣੇ ਆਪ ਨੂੰ ਕਰਾਮਾਤੀ ਸਾਧੂ ਖਵਾ ਲਵਾਂ, ਜਦੋਂ ਚਾਹਾਂ ਕਰਾਮਾਤੀ ਤਾਕਤਾਂ ਨੂੰ ਆਪਣੇ ਪਾਸ ਸੱਦ ਸਕਾਂ। ਤਾਜ ਕੁਲਹਿ ਸਿਰ ਛਤਰ ਬਣਾਵੋ। ਮੇਰੇ ਸਿਰ ਉੱਤੇ ਤਾਜ ਦੀ ਟੋਪੀ ਹੋਵੇ, ਮੈਂ ਆਪਣੇ ਸਿਰ ਉੱਤੇ ਸ਼ਾਹੀ ਛਤਰ ਝੁਲਾ ਸਕਾਂ। ਬਿਨ ਜਗਦੀਸ਼ ਕਹਾਂ ਸੱਚ ਪਾਵੋ। ਫਿਰ ਵੀ ਜਗਦੀਸ਼ ਦੇ ਮਾਲਕ ਪ੍ਰਭੂ ਦੇ ਸਿਮਰਨ ਤੋਂ ਬਿਨਾਂ ਸਦਾ ਟਿਕੀ ਰਹਿਣ ਵਾਲੀ ਆਤਮਿਕ ਤਾਕਤ ਕਿੱਥੋਂ ਨਹੀਂ ਹਾਸਲ ਕਰ ਸਕਦਾ। ਖਾਨ ਮਲੂਕ ਕਹਾਵੋ ਰਾਜਾ। ਜੇ ਮੈਂ ਆਪਣੇ ਆਪ ਨੂੰ ਖਾਨ ਖਵਾ ਲਵਾਂ, ਬਾਦਸ਼ਾਹ ਖਵਾ ਲਵਾਂ, ਸਦਾ ਰਾਜਾ ਸਦਵਾ ਲਵਾਂ। ਅੱਬੇ ਤੱਬੇ ਕੂੜੇ ਹੈ ਪਾਜਾ। ਨੌਕਰ ਚਾਕਰਾਂ ਨੂੰ ਝਿੜਕਾਂ ਵੀ ਦੇ ਸਕਾਂ। ਤਾਕਤ ਦਾ ਇਹ ਸਾਰਾ ਵਿਖਾਵਾ ਨਾਸ ਹੋ ਜਾਣ ਵਾਲਾ ਹੈ। ਬਿਨ ਗੁਰ ਸ਼ਬਦ ਨਾ ਸਵਰਸ ਕਾਜਾ। ਗੁਰੂ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾਂ ਮਨੁੱਖਾ ਜੀਵਨ ਦਾ ਮਨੋਰਥ ਸਿਰੇ ਨਹੀਂ ਚੜ੍ਹ ਸਕਦਾ। ਹਉਮੈ ਮਮਤਾ ਗੁਰ ਸ਼ਬਦ ਵਿਸਾਰੀ। ਮੈਂ ਵੱਡਾ ਬਣ ਜਾਵਾਂ, ਮੇਰੀ ਬਹੁਤ ਮਲਕੀਅਤਾਂ ਹੋਣ, ਇਹ ਤਾਂਘ ਗੁਰੂ ਦੇ ਸ਼ਬਦ ਵਿੱਚ ਜੁੜਨ ਨਾਲ ਹੀ ਮਨ ਵਿੱਚੋਂ ਭੁੱਲਦੀਆਂ ਹਨ। ਗੁਰਮਤਿ ਜਾਣਿਆ ਹਿਰਦੇ ਮੁਰਾਰੀ। ਗੁਰੂ ਦੀ ਮੱਤ 'ਤੇ ਤੁਰਿਆਂ ਹੀ ਪਰਮਾਤਮਾ ਹਿਰਦੇ ਵਿੱਚ ਟਿਕਿਆ ਪਛਾਣਿਆ ਜਾ ਸਕਦਾ ਹੈ। ਪਰਮਤ ਨਾਨਕ ਸਰਨ ਤੁਮਾਰੀ। ਪਰ ਇਹ ਸਭ ਕੁਝ ਤਦ ਹੀ ਹੋ ਸਕਦਾ ਹੈ ਜੇ ਪਰਮਾਤਮਾ ਦੀ ਆਪਣੀ ਮਿਹਰ ਹੋਵੇ, ਨਦਰ ਹੋਵੇ। ਇਸ ਵਾਸਤੇ ਨਾਨਕ ਪ੍ਰਭੂ ਦਰ 'ਤੇ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ, ਮੈਂ ਤੇਰੀ ਸਰਨੀ ਆਇਆ ਹਾਂ। ਗੌੜੀ ਮਹੱਲਾ ਪਹਿਲਾ। ਗੌੜੀ ਬਾਣੀ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਸੇਵਾ ਏਕ ਨਾ ਜਾਣਸ ਅਵਰੈ। ਪਰਮਾਤਮਾ ਦਾ ਭਗਤ ਇੱਕ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ, ਕਿਸੇ ਹੋਰ ਨੂੰ ਪਰਮਾਤਮਾ ਦੇ ਬਰਾਬਰ ਦਾ ਨਹੀਂ ਸਮਝਦਾ। ਪਰ ਪੰਚ ਬਿਆਦ ਤਿਆਗੈ ਕਵਰੈ। ਸੰਸਾਰ ਦੇ ਰੋਗ ਪੈਦਾ ਕਰਨ ਵਾਲੇ ਭੋਗਾਂ ਨੂੰ ਉਹ ਕੋੜੈ ਜਾਣ
ਕੇ ਤਿਆਗ ਦਿੰਦਾ ਹੈ। ਆਏ ਮਿਲੈ ਸੱਚ ਸਾਚੇ ਸੱਚ ਰੇ। ਪਰਮਾਤਮਾ ਦੇ ਪ੍ਰੇਮ ਵਿੱਚ ਜੁੜ ਕੇ ਉਹ ਸਦਾ ਥਿਰ ਪਰਮਾਤਮਾ ਦੇ ਚਰਨਾਂ ਵਿੱਚ ਮਿਲ ਜਾਂਦਾ ਹੈ। ਉਹ ਸਦਾ ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਐਸਾ ਰਾਮ ਭਗਤ ਜਨ ਹੋਈ। ਪਰਮਾਤਮਾ ਦਾ ਭਗਤ, ਪਰਮਾਤਮਾ ਦਾ ਸੇਵਕ ਇਸ ਤਰ੍ਹਾਂ ਦਾ ਹੁੰਦਾ ਹੈ। ਹਰ ਗੁਣ ਗਾਏ ਮਿਲੇ ਮਲ ਧੋਈ। ਰਹਾਓ ਉਹ ਪਰਮਾਤਮਾ ਦੇ ਗੁਣ ਗਾ ਕੇ ਉਸ ਦੇ ਚਰਨਾਂ ਵਿੱਚ ਮਿਲਦਾ ਹੈ ਅਤੇ ਆਪਣੇ ਮਨ ਦੇ ਵਿਕਾਰਾਂ ਦੀ ਮੈਲ ਧੋ ਲੈਂਦਾ ਹੈ। ਰਹਾਓ ਉਦੋ ਕਵਲ ਸਗਲ ਸੰਸਾਰੈ। ਸਾਰੇ ਜੀਵਾਂ ਦਾ ਹਿਰਦਾ ਕਵਲ ਪਰਮਾਤਮਾ ਦੇ ਸਿਮਰਨ ਵੱਲੋਂ ਉਲਟਿਆ ਹੋਇਆ ਹੈ। ਦੁਰਮਤ ਅਗਨ ਜਗਤ ਪਰਜਾਰੈ। ਇਸ ਭੈੜੀ ਕੋਝੀ ਮੱਤ ਦੀ ਅੱਗ ਸੰਸਾਰ ਦੇ ਜੀਵਾਂ ਦੇ ਆਤਮਿਕ ਜੀਵਨ ਨੂੰ ਚੰਗੀ ਤਰ੍ਹਾਂ ਸਾੜ ਰਹੀ ਹੈ। ਸੋ ਉਬਰੇ ਗੁਰ ਸ਼ਬਦ ਵਿਚਾਰੈ। ਇਸ ਅੱਗ ਵਿੱਚ ਉਹੀ ਮਨੁੱਖ ਸੜਦਾ ਹੈ ਜਿਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਪ੍ਰਿੰਗ ਪਤੰਗ ਕੂੰਚਰ ਔਰ ਮੀਨਾ। ਭੌਰਾ ਪਤੰਗਾ ਹਾਥੀ ਤੇ ਮੱਛੀ। ਮਿਰਗ ਮਰੈ ਸਹਿ ਆਪਣਾ ਕੀਨਾ। ਹਰਨ ਹਰੇਕ ਆਪੋ ਆਪਣਾ ਕੀਤਾ ਪਾ ਕੇ ਮਰ ਜਾਂਦਾ ਹੈ। ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ। ਇਸ ਤਰ੍ਹਾਂ ਦੁਰਮਤ ਦਾ ਮਾਰਿਆ ਮਨੁੱਖ ਤ੍ਰਿਸ਼ਨਾ ਵਿੱਚ ਫਸ ਕੇ ਆਪਣੇ ਅਸਲੇ ਪਰਮਾਤਮਾ ਨੂੰ ਨਹੀਂ ਵੇਖਦਾ ਅਤੇ ਆਤਮਿਕ ਮੋਤੇ ਮਰਦਾ ਹੈ। ਕਾਮ ਚਿੱਤੈ ਕਾਮਨ ਹਿਤਕਾਰੀ। ਦੁਰਮਤ ਦੇ ਅਧੀਨ ਹੋ ਕੇ ਇਸਤਰੀ ਦਾ ਪ੍ਰੇਮੀ ਮਨੁੱਖ ਸਦਾ ਕਾਮ ਵਾਸਨਾ ਦੀ ਹੀ ਚਿਤਵਦਾ ਹੈ। ਕ੍ਰੋਧ ਵਿਨਾਸ਼ੈ ਸਗਲ ਵਿਕਾਰੀ। ਫਿਰ ਕ੍ਰੋਧ ਸਾਰੇ ਵਿਕਾਰੀਆਂ ਦੇ ਆਤਮਿਕ ਜੀਵਨ ਨੂੰ ਤਬਾਹ ਕਰਦਾ ਹੈ। ਪਤ ਮਤ ਖੋਵੈ ਨਾਮ ਵਿਸਾਰੀ। ਅਜਿਹੇ ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਆਪਣੀ ਇੱਜ਼ਤ ਅਤੇ ਅਕਲ ਗਵਾ ਲੈਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 226 ਅੰਗ 'ਤੇ ਜਾ ਰਹੇ ਹਾਂ। ਇਸ 'ਤੇ ਗੁਰੂ ਸਾਹਿਬ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਪਰ ਕਰ ਚੀਤ ਮਨ ਮੁਖ ਡਲਾਏ। ਆਪਣੇ ਮਨ ਦਾ ਮਰੀਦ ਮਨੁੱਖ ਪਰਾਏ ਘਰ ਵਿੱਚ ਆਪਣੇ ਚਿੱਤ ਨੂੰ ਡਲਾਉਂਦਾ ਹੈ। ਗਲ ਜੇਵਰੀ ਧੰਦੇ ਲਪਟਾਏ। ਨਤੀਜਾ ਇਹ ਨਿਕਲਦਾ ਹੈ ਕਿ ਵਿਕਾਰਾਂ ਦੇ ਜੰਜਾਲ ਵਿੱਚ ਉਹ ਫਸਦਾ ਹੈ ਅਤੇ ਉਸ ਦੇ ਗਲ ਵਿੱਚ ਵਿਕਾਰਾਂ ਦੀ ਫਾਹੀ ਪੱਕੀ ਹੁੰਦੀ ਹੈ। ਗੁਰਮੁਖ ਛੂਟਸ ਹਰ ਗੁਣ ਗਾਏ। ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ 'ਤੇ ਤੁਰਦਾ ਹੈ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਇਸ ਜੰਜਾਲ ਵਿੱਚੋਂ ਬਚ ਨਿਕਲਦਾ ਹੈ। ਜਿਉ ਤਨ ਵਿਧਵਾ ਪਰ ਕੋ ਦੇਹੀ। ਜਿਵੇਂ ਵਿਧਵਾ ਆਪਣਾ ਸਰੀਰ ਪਰਾਏ ਮਨੁੱਖ ਦੇ ਹਵਾਲੇ ਕਰਦੀ ਹੈ। ਕਾਮ ਧਾਮ ਚਿੱਤ ਪਰ ਵਸ ਸੇਈ। ਕਾਮ ਵਾਸਨਾ ਵਿੱਚ ਫਸ ਕੇ, ਪੈਸੇ ਦੇ ਲਾਲਚ ਵਿੱਚ ਫਸ ਕੇ ਉਹ ਆਪਣਾ ਮਨ ਵੀ ਪਰਾਏ ਮਨੁੱਖ ਦੇ ਵਸ ਕਰਦੀ ਹੈ। ਬਿਨ ਪਿਰ ਤ੍ਰਿਪਤ ਨਾ ਕਬਹੂ ਹੋਈ। ਪਰ ਪਤੀ ਤੋਂ ਬਿਨਾਂ ਉਸ ਨੂੰ ਕਦੇ ਵੀ ਸ਼ਾਂਤੀ ਨਸੀਬ ਨਹੀਂ ਹੋ ਸਕਦੀ। ਤਿਵੇਂ ਖਸਮ ਪ੍ਰਭੂ ਨੂੰ ਭੁਲਾਉਣ ਵਾਲੀ ਜੀਵ ਇਸਤਰੀ ਆਪਣਾ ਆਪ ਵਿਕਾਰਾਂ ਦੇ ਅਧੀਨ ਕਰਦੀ ਹੈ, ਪਰ ਪਤੀ ਪ੍ਰਭੂ ਤੋਂ ਬਿਨਾਂ ਆਤਮਿਕ ਸੁੱਖ ਕਦੇ ਨਹੀਂ ਮਿਲ ਸਕਦਾ। ਪੜ੍ਹ ਪੜ੍ਹ ਪੋਥੀ ਸਿਮਰਤ ਪਾਠਾ। ਵੇਦ ਪੁਰਾਣ ਪੜ੍ਹੇ ਸੁਣ ਠਾਠਾ। ਵਿਦਵਾਨ ਪੰਡਤ ਧਰਮ ਪੁਸਤਕਾਂ ਦੇ ਪਾਠ, ਵੇਦ ਪੁਰਾਣ ਸਮ੍ਰਿਤੀਆਂ ਆਦਿਕ ਮੁੜ ਮੁੜ ਪੜ੍ਹਦਾ ਹੈ। ਉਹਨਾਂ ਦੀ ਕਾਵਿ ਰਚਨਾ ਮੁੜ ਮੁੜ ਸੁਣਦਾ ਹੈ। ਬਿਨ ਰਸ ਰਾਤੇ ਮਨ ਬਹੁ ਨਾਟਾ। ਪਰ ਜਿਤਨਾ ਚਿਰ ਉਸ ਦਾ ਮਨ ਪਰਮਾਤਮਾ ਦੇ ਨਾਮ ਰਸ ਵਿੱਚ ਦਾ ਰਸੀਆ ਨਹੀਂ ਬਣਦਾ, ਉਤਨਾ ਚਿਰ ਮਾਇਆ ਦੇ ਹੱਥਾਂ ਦੇ ਹੀ ਨਾਚ ਕਰਦਾ ਹੈ। ਕਿਉਂ ਚਾਤ੍ਰਿਕ ਜਲ ਪ੍ਰੇਮ ਪਿਆਸਾ। ਜਿਵੇਂ ਪਪੀਏ ਦਾ ਵਰਖਾ ਜਲ ਨਾਲ ਪ੍ਰੇਮ ਹੈ, ਵਰਖਾ ਜਲ ਹੀ ਉਸ ਦੀ ਪਿਆਸ ਹੈ। ਜਿਉਂ ਮੀਨਾ ਜਲ ਮਾਏ ਉਲਾਸਾ। ਜਿਵੇਂ ਮੱਛੀ ਪਾਣੀ ਵਿੱਚ ਬੜੀ ਪ੍ਰਸੰਨ ਰਹਿੰਦੀ ਹੈ, ਨਾਨਕ ਹਰ ਰਸ ਪੀ ਤ੍ਰਿਪਤਾਸਾ। ਤਿਵੇਂ ਹੇ ਨਾਨਕ ਪਰਮਾਤਮਾ ਦਾ ਭਗਤ ਪਰਮਾਤਮਾ ਦਾ ਨਾਮ ਰਸ ਪੀ ਕੇ ਤ੍ਰਿਪਤ ਹੋ ਜਾਂਦਾ ਹੈ। ਗੌੜੀ ਮਹੱਲਾ
ਪਹਿਲਾ ਗੌੜੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਹੱਠ ਕਰ ਮਰੈ ਨਾ ਲੇਖੈ ਪਾਵੈ। ਜੇ ਕੋਈ ਮਨੁੱਖ ਮਨ ਦਾ ਹੱਠ ਕਰਕੇ ਧੁਨੀਆਂ ਅਦਿਕ ਤਪਾ ਕੇ ਸਰੀਰਕ ਔਖ ਸਹਾਰਦਾ ਹੈ ਤਾਂ ਉਹ ਇਹ ਕਸ਼ਟ ਸਹਾਰਨਾ ਕਿਸੇ ਗਿਣਤੀ ਵਿੱਚ ਨਹੀਂ ਗਿਣਿਆ ਜਾਂਦਾ। ਵੇਸ ਕਰੈ ਬਹੁ ਭਸਮ ਲਗਾਵੈ। ਕੋਈ ਵੀ ਮਨੁੱਖ ਪਿੰਡੇ ਉੱਤੇ ਸੂਹਾ ਮਲਦਾ ਹੈ ਤੇ ਜੋਗ ਆਦਿਕ ਦੇ ਕਈ ਭੇਖ ਕਰਦਾ ਹੈ, ਇਹ ਵੀ ਵਿਅਰਥ ਜਾਂਦੇ ਹਨ। ਨਾਮ ਵਿਸਾਰ ਬਹੁਰ ਪਛਤਾਵੈ। ਪਰਮਾਤਮਾ ਦਾ ਨਾਮ ਭੁਲਾ ਕੇ ਉਹ ਅੰਤ ਨੂੰ ਪਛਤਾਉਂਦਾ ਹੈ ਕਿ ਇਹਨਾਂ ਉਦਮਾਂ ਵਿੱਚ ਵਿਅਰਥ ਜੀਵਨ ਗਵਾਇਆ ਹੈ। ਤੂੰ ਮਨ ਹਰਿ ਜੀਓ ਤੂੰ ਮਨ ਸੁਖ। ਤੂੰ ਆਪਣੇ ਮਨ ਵਿੱਚ ਪ੍ਰਭੂ ਜੀ ਨੂੰ ਵਸਾ ਲੈ ਤੇ ਇਸ ਤਰ੍ਹਾਂ ਉਸ ਤੂੰ ਆਪਣੇ ਮਨ ਵਿੱਚ ਆਤਮਿਕ ਆਨੰਦ ਮਾਣ। ਨਾਮ ਵਿਸਾਰ ਸਹਿ ਜਮ ਦੁਖ ਰਹਾਓ। ਚੇਤੇ ਰੱਖ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਤੂੰ ਜਮਾਂ ਦੇ ਦੁੱਖ ਸਹਾਰੇਂਗਾ। ਰਹਾਓ ਰੁਕ ਜਾਣਾ। ਚੋਆ ਚੰਦਨ ਅਗਰ ਕਪੂਰ। ਦੂਜੇ ਪਾਸੇ ਜੇ ਕੋਈ ਮਨੁੱਖ ਅਤਰ ਚੰਦਨ ਅਗਰ ਕਪੂਰ ਆਦਿਕ ਸੁਗੰਧੀਆਂ ਦੇ ਵਰਤਨ ਵਿੱਚ ਮਸਤ ਹੈ, ਮਾਇਆ ਮਗਨ ਪਰਮ ਪਦ ਦੂਰ। ਮਾਇਆ ਦੇ ਮੋਹ ਵਿੱਚ ਮਸਤ ਹੈ, ਉੱਚੀ ਆਤਮਿਕ ਅਵਸਥਾ ਉਸ ਤੋਂ ਵੀ ਦੂਰ ਹੈ। ਨਾਮ ਵਿਸਾਰੀਐ ਸਭ ਕੂੜੋ ਕੂਰ। ਜੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਜਾਏ ਤਾਂ ਇਹ ਸਾਰਾ ਦੁਨੀਆ ਵਾਲਾ ਐਸ਼ ਵੀ ਵਿਅਰਥ ਹੈ। ਸੁੱਖ ਨਹੀਂ ਮਿਲਦਾ। ਮਨੁੱਖ ਸੁੱਖ ਦੇ ਵਿਅਰਥ ਯਤਨਾਂ ਵਿੱਚ ਹੀ ਰਹਿੰਦਾ ਹੈ। ਨੇਜੇ ਵਾਜੇ ਤਖਤ ਸਲਾਮ। ਜੇ ਕੋਈ ਮਨੁੱਖ ਰਾਜਾ ਵੀ ਬਣ ਜਾਏ, ਤਖਤ ਉੱਤੇ ਬੈਠਾ ਹੋਏ, ਨੇਜੇ ਬਹਾਦਰ ਬਰਦਾਰ ਦੇ ਫੌਜੀ ਵਾਜੇ ਵਾਲੇ ਸਲਾਮ ਕਰਨ। ਅਦਕੀ ਤ੍ਰਿਸ਼ਨਾ ਵਿਆਪੈ ਕਾਮ। ਤਾਂ ਵੀ ਮਾਇਆ ਦੀ ਤ੍ਰਿਸ਼ਨਾ ਹੀ ਵੱਧਦੀ ਹੈ। ਕਾਮ ਵਾਸਨਾ ਜ਼ੋਰ ਪਾਉਂਦੀ ਹੈ। ਇਹਨਾਂ ਵਿੱਚ ਆਤਮਿਕ ਸੁੱਖ ਨਹੀਂ ਹੈ। ਸੁੱਖ ਹੈ ਕੇਵਲ ਪ੍ਰਭੂ ਦੇ ਨਾਮ ਵਿੱਚ, ਭਗਤੀ ਵਿੱਚ। ਬਿਨ ਹਰਿ ਜਾਂਚੈ ਭਗਤ ਨਾ ਨਾਮ। ਪਰ ਪ੍ਰਭੂ ਦੇ ਦਰ ਤੋਂ ਮੰਗਣ ਤੋਂ ਬਿਨਾਂ ਨਾ ਭਗਤੀ ਮਿਲਦੀ ਹੈ ਨਾ ਨਾਮ ਮਿਲਦਾ ਹੈ। ਵਾਦ ਹੰਕਾਰ ਨਹੀਂ ਪ੍ਰਭ ਮੇਲਾ। ਵਿਦਿਆ ਦੇ ਬਲ ਨਾਲ ਧਾਰਮਿਕ ਪੁਸਤਕਾਂ ਦੀ ਚਰਚਾ ਦੇ ਝਗੜੇ ਵਿੱਚ ਪਿਆ ਤੇ ਵਿਦਿਆ ਦੇ ਹੰਕਾਰ ਵਿੱਚ ਵੀ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ। ਮਨ ਦੇ ਪਾਵੈ ਨਾਮ ਸਹੇਲਾ। ਆਪਣਾ ਮਨ ਦੇ ਕੇ ਹੀ ਹੰਕਾਰ ਗਵਾ ਕੇ ਹੀ ਸੁੱਖਾਂ ਦਾ ਸੋਮਾ ਪ੍ਰਭੂ ਨਾਮ ਪ੍ਰਾਪਤ ਕਰੇਗਾ। ਦੂਜੇ ਪਾਏ ਅਗਿਆਨ ਦਹੇਲਾ। ਪ੍ਰਭੂ ਨੂੰ ਵਿਸਾਰ ਕੇ ਹੋਰ ਪਿਆਰ ਵਿੱਚ ਰਿਹਾ ਤਾਂ ਦੁਖਦਾਈ ਅਗਿਆਨ ਹੀ ਵਧੇਗਾ। ਅਗਿਆਨ ਔਰ ਗਿਆਨ। ਗਿਆਨ ਉਹ ਹੁੰਦਾ ਜਿਸ ਨਾਲ ਅੰਦਰ ਚਾਨਣ ਹੁੰਦਾ, ਸੋਝੀ ਆਉਂਦੀ ਹੈ। ਅਗਿਆਨ ਉਹ ਹੁੰਦਾ ਜਿਸ ਨਾਲ ਅੰਦਰ ਹਨੇਰਾ ਆਉਂਦਾ, ਬੇਸਮਝੀ ਹੁੰਦੀ ਹੈ। ਬਿਨ ਦਮ ਕੇ ਸੌਦਾ ਨਾਹੀਂ ਹਾਟ। ਜਿਵੇਂ ਰਾਸ ਪੂੰਜੀ ਤੋਂ ਬਿਨਾਂ ਹੱਟੀ ਦਾ ਸੌਦਾ ਸੂਤ ਨਹੀਂ ਆ ਸਕਦਾ। ਬਿਨ ਬਹੁਤ ਸਾਗਰ ਨਹੀਂ ਵਾਟ। ਜਿਵੇਂ ਜਹਾਜ਼ ਤੋਂ ਬਿਨਾਂ ਸਮੁੰਦਰ ਦਾ ਸਫ਼ਰ ਨਹੀਂ ਹੋ ਸਕਦਾ। ਬਿਨ ਗੁਰ ਸੇਵੈ ਘਾਟੇ ਘਾਟ। ਤਿਵੇਂ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਜੀਵਨ ਸਫ਼ਰ ਵਿੱਚ ਆਤਮਿਕ ਰਾਸ ਪੂੰਜੀ ਵੱਲੋਂ ਘਾਟੇ ਹੀ ਘਾਟੇ ਵਿੱਚ ਰਹੀਦਾ ਹੈ। ਤਿਸ ਕੋ ਵਾਹੋ ਵਾਹੋ ਜੇ ਵਾਟ ਦਿਖਾਵੈ। ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ ਜਿਹੜਾ ਸਹੀ ਜੀਵਨ ਰਸਤਾ ਵਿਖਾਉਂਦਾ ਹੈ। ਤਿਸ ਸਿਉ ਵਾਹੋ ਵਾਹੋ ਜੇ ਸ਼ਬਦ ਸੁਣਾਵੈ। ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਸੁਣਾਉਂਦਾ ਹੈ। ਤਿਸ ਕੋ ਵਾਹੋ ਵਾਹੋ ਜੇ ਮੇਲ ਮਿਲਾਵੈ। ਤੇ ਇਸ ਤਰ੍ਹਾਂ ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ ਜਿਹੜਾ ਪਰਮਾਤਮਾ ਦੇ ਮਿਲਾਪ ਵਿੱਚ ਮੇਲ ਦਿੰਦਾ ਹੈ।
ਵਾਹੋ ਵਾਹੋ ਤਿਸ ਕੋ ਜਿਸ ਕਾ ਇਹੋ ਜੀਓ। ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਜਿਸ ਦੀ ਦਿੱਤੀ ਹੋਈ ਇਹ ਜਿੰਦ ਹੈ, ਇਹ ਜੀਵਨ ਹੈ। ਗੁਰ ਸ਼ਬਦੀ ਮਥ ਅੰਮ੍ਰਿਤ ਪੀਓ। ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਗੁਣਾਂ ਨੂੰ ਮੁੜ ਮੁੜ ਵਿਚਾਰ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀ। ਨਾਮ ਵਡਾਈ ਤੁਧ ਭਾਣੇ ਦਿਓ। ਉਹ ਪ੍ਰਭੂ ਤੈਨੂੰ ਆਪਣੀ ਰਜ਼ਾ ਵਿੱਚ ਨਾਮ ਜਪਣ ਦੀ ਵਡਿਆਈ ਦੇਵੇਗਾ। ਨਾਮ ਬਿਨਾ ਕਿਉਂ ਜੀਵੈ ਮਾਏ। ਇਹ ਮੇਰੀ ਮਾਂ, ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਆਤਮਿਕ ਜੀਵਨ ਜਿਉ ਨਹੀਂ ਸਕਦਾ। ਆਨ ਦਿਨ ਜਪਤ ਰਹੋ ਤੇਰੀ ਸ਼ਰਨ ਆਏ। ਹੇ ਪ੍ਰਭੂ, ਮੈਂ ਤੇਰੀ ਸ਼ਰਨ ਆਇਆ ਹਾਂ, ਮਿਹਰ ਕਰ। ਮੈਂ ਦਿਨ ਰਾਤ ਤੇਰਾ ਹੀ ਨਾਮ ਜਪਦਾ ਰਹਾਂ। ਨਾਨਕ ਨਾਮ ਰਤੇ ਪਤ ਪਾਏ। ਹੇ ਨਾਨਕ, ਜੇ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਰਹੀਏ ਤਾਂ ਹੀ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ। ਗੌੜੀ ਮਹੱਲਾ ਪਹਿਲਾ। ਗੌੜੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਹਉਮੈ ਕਰਤ ਪੇਖੀ ਨਹੀਂ ਜਾਣਿਆ। ਮੈਂ ਧਰਮੀ ਹਾਂ, ਮੈਂ ਧਰਮੀ ਹਾਂ, ਇਹ ਮੈਂ ਕਰਦਿਆਂ ਨਿਰਾ ਧਾਰਮਿਕ ਪੇਖਾ ਹੀ ਰਾਹੀਂ ਕਦੇ ਕਿਸੇ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪਾਈ। ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਗੁਰੂ ਦੀ ਸ਼ਰਨ ਪੈ ਕੇ ਹੀ ਭਾਵ ਗੁਰੂ ਅੱਗੇ ਆਪਾ ਭਾਵ ਤਿਆਗਿਆ ਹੀ ਪਰਮਾਤਮਾ ਦੀ ਭਗਤੀ ਵਿੱਚ ਮਨ ਗਿੱਝਦਾ ਹੈ। ਪਰ ਅਜਿਹਾ ਆਪਾ ਭਾਵ ਤਿਆਗਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਹਉ ਹਉ ਕਰਤ ਨਹੀਂ ਸੱਚ ਪਾਈਐ। ਮੈਂ ਵੱਡਾ ਧਰਮੀ ਹਾਂ, ਮੈਂ ਵੱਡਾ ਰਾਜਾ ਹਾਂ, ਇਹੋ ਜਿਹੀ ਮੈਂ ਕਰਦਿਆਂ ਕਦੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲ ਨਹੀਂ ਸਕਦਾ। ਹਉਮੈ ਜਾਏ ਪਰਮ ਪਦ ਪਾਈਐ ਰਹਾਉ। ਜਦੋਂ ਇਹ ਹਉਮੈ ਦੂਰ ਹੋਵੇ ਤਦ ਹੀ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਸਕੀਦਾ ਹੈ। ਰਹਾਉ। ਹਉਮੈ ਕਰ ਰਾਜੇ ਬਹੁ ਧਾਵੈ। ਅਸੀਂ ਵੱਡੇ ਰਾਜੇ ਹਾਂ, ਇਸੇ ਹਉਮੈ ਦੇ ਕਾਰਨ ਹੀ ਰਾਜੇ ਇੱਕ ਦੂਜੇ ਦੇ ਦੇਸ਼ਾਂ ਉੱਤੇ ਕਈ ਵਾਰ ਹਮਲੇ ਕਰਦੇ ਰਹਿੰਦੇ ਹਨ। ਹਉਮੈ ਖਪੈ ਜਨਮ ਮਰ ਆਵੈ। ਆਪਣੇ ਵੱਡੇਪਣ ਦੇ ਮਾਣ ਵਿੱਚ ਦੁਖੀ ਹੁੰਦੇ ਹਨ। ਸਿੱਟਾ ਇਹ ਨਿਕਲਦਾ ਹੈ ਕਿ ਪ੍ਰਭੂ ਦੀ ਯਾਦ ਭੁਲਾ ਕੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਹਉਮੈ ਨਿਵਰੈ ਗੁਰ ਸ਼ਬਦ ਵਿਚਾਰੈ। ਨਿਰਵੈ ਗੁਰ ਸ਼ਬਦ ਵਿਚਾਰੈ। ਹਉਮੈ ਨਿਰਵੈ ਗੁਰ ਸ਼ਬਦ ਵਿਚਾਰੈ। ਜਿਹੜੇ ਵਡਭਾਗੀ ਮਨੁੱਖ ਗੁਰੂ ਦਾ ਸ਼ਬਦ ਵਿਚਾਰਦਾ ਹੈ, ਆਪਣੇ ਸੋਚ ਮੰਡਲ ਵਿੱਚ ਟਿਕਾਉਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ। ਚੰਚਲ ਮਤ ਤਿਆਗੈ ਪੰਚ ਸੰਘਾਰੈ। ਉਹ ਭਟਕਣਾ ਵਿੱਚ ਪਾਉਣ ਵਾਲੀ ਆਪਣੀ ਹੋਸ਼ੀ ਮਤ ਤਿਆਗਦਾ ਹੈ ਤੇ ਕਾਮਿਕ ਪੰਜੇ ਵੈਰੀਆਂ ਦਾ ਨਾਸ਼ ਕਰ ਦਿੰਦਾ ਹੈ। ਅੰਤ ਸਾਚ ਸਹਿਜ ਘਰ ਆਵੈ। ਜਿਹੜਾ ਬੰਦਿਆਂ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵਸਦਾ ਹੈ, ਉਹ ਡੋਲ ਆਤਮਿਕ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਰਾਜਨ ਜਾਣ ਪਰਮ ਗਤ ਪਾਵੈ। ਸਾਰੀ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਹ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰਦਾ ਹੈ। ਸੱਚ ਕਰਨੀ ਗੁਰ ਭਰਮ ਛਿਕਾਵੈ। ਜਿਸ ਮਨੁੱਖ ਦੇ ਮਨ ਦੀ ਭਟਕਣਾ ਗੁਰੂ ਦੂਰ ਕਰਦਾ ਹੈ, ਸਦਾ ਥਿਰ ਪ੍ਰਭੂ ਦਾ ਸਿਮਰਨ ਉਸ ਦਾ ਨਿਤ ਕਰਮ ਬਣ ਜਾਂਦਾ ਹੈ। ਨਿਰਭਉ ਕੈ ਘਰ ਤਾੜੀ ਲਾਵੈ। ਉਹ ਨਿਰਭਉ ਪ੍ਰਭੂ ਦੇ ਚਰਨਾਂ ਵਿੱਚ ਸਦਾ ਆਪਣੀ ਸੁਰਤ ਜੋੜੀ ਰੱਖਦਾ ਹੈ। ਭਾਵ ਗੁਰੂ ਦੀ ਸ਼ਬਦ ਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ, ਗੁਰੂ ਦੀ ਮੱਤ 'ਤੇ ਚੱਲਦਾ ਹੈ, ਗੁਰੂ ਦੇ ਉਪਦੇਸ਼ ਮੰਨਦਾ ਹੈ। ਇਹ ਹੈ ਗੁਰੂ ਪ੍ਰਭੂ ਚਰਨਾਂ ਨਾਲ ਸੁਰਤ ਜੋੜਨੀ। ਹਉ ਹਉ ਕਰ ਮਰਨਾ ਕਿਆ ਪਾਵੈ। ਹਉ ਹਉ ਮੈਂ ਦੇ ਕਾਰਨ ਆਤਮਿਕ ਮੌਤ ਨਹੀਂ ਸਹੇੜਦੀ। ਇਸ ਤੋਂ ਛੂਟ ਹੋਰ ਕੋਈ ਆਤਮਿਕ ਗੁਣ ਨਹੀਂ ਲੱਭਦਾ। ਇਸ ਤੋਂ ਛੁੱਟ ਕੇ ਹੋਰ ਕੋਈ ਆਤਮਿਕ ਗੁਣ ਨਹੀਂ ਲੱਭਦਾ।
ਪੂਰਾ ਗੁਰ ਭੇਟੈ ਸੋ ਝੱਗਰ ਚੁਕਾਵੈ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਉਹ ਹਉਮੈ ਦੇ ਇਸ ਟੱਟੇ ਨੂੰ ਆਪਣੇ ਅੰਦਰੋਂ ਮੁਕਾ ਦਿੰਦਾ ਹੈ। ਜਿਹੜਾ ਹਉਮੈ ਵਾਲਾ ਕੀੜਾ ਸੀ ਉਸ ਨੂੰ ਸ਼ਾਂਤ ਕਰ ਦਿੰਦਾ ਹੈ ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ। ਚੇਤੀ ਹੈ ਤੇਤੀ ਕਿਆ ਨਾਈ। ਹਉਮੈ ਦੇ ਆਸਰੇ ਜਿਤਨੀ ਵੀ ਦੌੜ ਭੱਜ ਹੈ ਇਹ ਸਾਰੀ ਦੌੜ ਭੱਜ ਕੋਈ ਆਤਮਿਕ ਲਾਭ ਨਹੀਂ ਪਹੁੰਚਾਉਂਦੀ। ਗੁਰਮੁਖ ਗਿਆਨ ਭੇਟ ਗੁਣ ਗਾਹੀ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਪਰਮਾਤਮਾ ਦੇ ਗੁਣ ਗਾਉਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 227 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਸਾਹਿਬ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ? ਹਉਮੈ ਬੰਧਨ ਬੰਧ ਭਵਾਵੈ। ਹਉਮੈ ਜੀਵਾਂ ਨੂੰ ਮੋਹ ਦੇ ਬੰਧਨਾਂ ਵਿੱਚ ਬੰਨ੍ਹ ਕੇ ਜਨਮ ਮਰਨ ਦੇ ਗੇੜ ਵਿੱਚ ਪਾਉਂਦੀ ਹੈ। ਨਾਨਕ ਰਾਮ ਭਗਤ ਸੁਖ ਪਾਵੈ। ਜਿਹੜੇ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਹਉਮੈ ਤੋਂ ਬਚਿਆ ਰਹਿੰਦਾ ਹੈ ਅਤੇ ਸੁੱਖ ਪਾਉਂਦਾ ਹੈ। ਗੌੜੀ ਮਹੱਲਾ ਪਹਿਲਾ। ਗੌੜੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ? ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ। ਹੋਰ ਜੀਵਾਂ ਦੀ ਤਾਂ ਗੱਲ ਕੀ ਕਰਨੀ ਹੈ। ਸਭ ਤੋਂ ਪਹਿਲਾਂ ਬ੍ਰਹਮਾ ਦੀ ਹੀ ਆਤਮਕ ਮੌਤ ਦੀ ਫਾਹੀ ਵਿੱਚ ਫਸ ਗਿਆ ਹੈ। ਬ੍ਰਹਮ ਕਮਲ ਪਾਇਆਲ ਨਾ ਪਾਇਆ। ਵਿਸ਼ਨੂੰ ਦੀ ਨਾਭੀ ਤੋਂ ਉੱਗੇ ਹੋਏ ਜਿਸ ਕਮਲ ਵਿੱਚੋਂ ਬ੍ਰਹਮਾ ਜੰਮਿਆ ਸੀ ਉਸ ਦਾ ਅੰਤ ਲੈਣ ਲਈ ਪਾਤਾਲ ਵਿੱਚ ਜਾ ਪਹੁੰਚਿਆ, ਪਰ ਬ੍ਰਹਮਾ ਕਮਲ ਦਾ ਅੰਤ ਨਾ ਲੱਭ ਸਕਿਆ ਅਤੇ ਸ਼ਰਮਿੰਦਾ ਹੋਣਾ ਪਿਆ। ਇਹ ਹਉਮੈ ਹੀ ਮੌਤ ਹੈ ਜਿਸ ਦਾ ਅੰਤ ਨਹੀਂ ਲੱਭ ਸਕਦਾ। ਜੇ ਕੋਈ ਜਿੱਦ ਕਰਕੇ ਕਹੇ ਕਿ ਮੈਂ ਲੱਭ ਲਾਂਗਾ, ਜਦੋਂ ਨਹੀਂ ਲੱਭਦਾ ਫਿਰ ਇਹ ਹਉਮੈ ਦਾ ਅੰਤ ਹੈ ਜਾਂ ਉਸ ਦੀ ਮੌਤ ਹੈ। ਹਉਮੈ ਮਰਨਾ ਮੈਂ ਮੇਰੀ। ਆਗਿਆ ਨਹੀਂ ਲੀਨੀ ਪਰਮ ਪਲਾਇਆ। ਉਸ ਨੇ ਆਪਣੇ ਗੁਰੂ ਦੀ ਆਗਿਆ ਵੱਲ ਗੌਰ ਨਾ ਕੀਤਾ। ਇਸ ਹਉਮੈ ਵਿੱਚ ਆ ਕੇ ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਿਵੇਂ ਕਮਲ ਦੀ ਡੰਡੀ ਵਿੱਚੋਂ ਪੈਦਾ ਹੋ ਸਕਦਾ ਹਾਂ, ਭਟਕਣਾ ਵਿੱਚ ਪੈ ਕੇ ਕੁਰਾਏ ਪੈ ਗਿਆ। ਜੋ ਉਪਜੇ ਸੋ ਕਾਲ ਸੰਘਾਰਿਆ। ਜਗਤ ਵਿੱਚ ਜਿਹੜੇ ਜੀਵ ਜਨਮ ਲੈਂਦਾ ਹੈ ਅਤੇ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ, ਮੌਤ ਦੇ ਸਹਿਮ ਨੇ ਉਸ ਦਾ ਆਤਮਕ ਜੀਵਨ ਪਲਰਨ ਨਹੀਂ ਦਿੱਤਾ। ਭਾਵ ਜਗਤ ਵਿੱਚ ਜਿਹੜੇ ਜੀਵ ਜਨਮ ਲੈਂਦਾ ਹੈ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ, ਮੌਤ ਦਾ ਸਹਿਮ, ਮੌਤ ਦਾ ਡਰ ਉਸ ਨੂੰ ਸਤਾਉਂਦਾ ਰਹਿੰਦਾ ਹੈ। ਹਮ ਹਰ ਰਾਖੈ ਗੁਰ ਸ਼ਬਦ ਵਿਚਾਰਿਆ ਰਹਾਉ। ਮੇਰੀ ਆਤਮਕ ਜੀਵਨ ਨੂੰ ਪਰਮਾਤਮਾ ਨੇ ਆਪ ਹੀ ਬਚਾ ਲਿਆ ਹੈ, ਕਿਉਂਕਿ ਉਸ ਦੀ ਮਿਹਰ ਨਾਲ ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ। ਰਹਾਉ ਰੁਕ ਜਾਣਾ। ਗੁਰੂ ਸਾਹਿਬ ਦੀ ਕਿਰਪਾ ਜਿਸ 'ਤੇ ਹੁੰਦੀ ਹੈ ਉਸ 'ਤੇ ਹੀ ਇਹ ਬਖਸ਼ਿਸ਼ ਹੁੰਦੀ ਹੈ। ਗੁਰੂ ਸਾਹਿਬ ਦਾ ਨਾਮ ਆਪਣੇ ਹਿਰਦੇ 'ਚ ਵਸਾਉਣਾ, ਗੁਰੂ ਦੀ ਮੱਤ 'ਤੇ ਚੱਲਣਾ, ਇਹ ਸਭ ਕੁਛ ਗੁਰੂ ਸਾਹਿਬ ਆਪ ਹੀ ਕਰਾਉਣ ਵਾਲੇ ਨੇ। ਬੰਦੇ ਦੇ ਵੱਸ ਦਾ ਰੋਗ ਨਹੀਂ ਹੈ। ਜਿਹੜਾ ਆਪਣੇ ਆਪ ਨੂੰ ਮੈਂ ਕਰਦਾ ਕਿ ਮੈਂ ਵੱਡਾ, ਫਿਰ ਗੁਰੂ ਸਾਹਿਬ ਉਸ ਦਾ ਅਸਲੀਅਤ ਦਿਖਾ ਦਿੰਦੇ ਨੇ। ਭਾਵ ਉਸ ਦਾ ਹਉਮੈ ਮਾਰ ਦਿੰਦੇ ਨੇ, ਉਹਨੂੰ ਦਿਖਾ ਦਿੰਦੇ ਨੇ ਕਿ ਭਾਵਾ ਤੂੰ ਕੁਛ ਨਹੀਂ ਹੈਗਾ ਦੁਨੀਆ 'ਤੇ। ਉਹ ਸਭ ਤੋਂ ਵੱਡਾ ਆਪ ਹੀ ਹੈ ਜਿਸ ਨੇ ਧਰਤੀ ਸਾਜੀ ਹੈ, ਸ੍ਰਿਸ਼ਟੀ ਦੀ ਰਚਨਹਾਰ ਉਹ ਅਕਾਲ ਪੁਰਖ ਇੱਕ ਹੀ ਹੈ, ਬਾਕੀ ਸਭ ਉਹਦੇ ਥੱਲੇ ਹੈ। ਉਹਦੇ ਵਰਗਾ ਦੂਜਾ ਕੋਈ ਪੈਦਾ ਹੋਇਆ ਹੀ ਨਹੀਂ, ਨਾ ਹੋਣਾ ਹੈ। ਮਾਇਆ ਮੋਹੇ ਦੇਵੀ ਸਭ ਦੇਵਾ। ਸਾਰੇ ਦੇਵੀਆਂ ਅਤੇ ਦੇਵਤੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ। ਇਹੀ ਹੈ ਆਤਮਕ ਮੌਤ। ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ। ਇਹ ਆਤਮਕ ਮੌਤ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾਂ ਖਲਾਸੀ ਨਹੀਂ ਕਰਦੀ।
ਭਾਵ ਗੁਰੂ ਦੀ ਮੱਤ ਤੋਂ ਬਿਨਾਂ ਇਹ ਖਲਾਸੀ ਨਹੀਂ ਹੁੰਦੀ। ਸਾਰੇ ਦੇਵੀ ਦੇਵਤੇ ਵੀ ਇਸ ਮੋਹ ਦੇ ਵਿੱਚ ਫਸੇ ਰਹੇ ਹਨ। ਗੁਰੂ ਸਾਹਿਬ ਜੀ ਸਮਝਾ ਰਹੇ ਨੇ ਆਪਾਂ ਨੂੰ। ਕਾਲ ਨਾ ਛੋੜੇ ਬਿਨ ਗੁਰ ਕੀ ਸੇਵਾ, ਇਹ ਆਤਮਿਕ ਮੌਤ ਗੁਰੂ ਦੀ ਦੱਸੀ ਸੇਵਾ, ਭਾਵ ਗੁਰੂ ਦੀ ਮੱਤ ਤੋਂ ਬਿਨਾਂ ਇਸ ਤੋਂ ਖਲਾਸੀ ਨਹੀਂ ਹੋ ਸਕਦੀ, ਇਸ ਤੋਂ ਬੰਦਾ ਮੁਕਤ ਨਹੀਂ ਹੋ ਸਕਦਾ। ਉਹ ਅਬਨਾਸੀ ਅਲਖ ਭੇਵਾ, ਇਸ ਆਤਮਿਕ ਮੌਤ ਤੋਂ ਬਚਿਆ ਹੋਇਆ ਸਿਰਫ ਇੱਕ ਪਰਮਾਤਮਾ ਹੈ, ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ, ਜਿਸ ਦਾ ਭੇਦ ਪਾਇਆ ਨਹੀਂ ਜਾ ਸਕਦਾ। ਉਹ ਆਪ ਹੀ ਹੈ ਇੱਕ, ਜਿਹੜਾ ਇਸ ਤੋਂ ਬਚਿਆ ਹੋਇਆ ਹੈ, ਨਿਰਲੇਪ ਹੈ, ਸਰਬ ਵਿਆਪਕ ਹੈ, ਸਭਨਾਂ ਵਿੱਚ ਵਸਦਾ ਹੋਇਆ ਵੀ ਨਿਰਲੇਪ ਹੈ। ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਇਉਂ ਤਾਂ ਸੁਲਤਾਨ ਹੋਣ, ਖਾਨ ਹੋਣ, ਬਾਦਸ਼ਾਹ ਹੋਣ, ਕਿਸੇ ਵੀ ਇੱਥੇ ਸਦਾ ਟਿਕੇ ਨਹੀਂ ਰਹਿਣਾ। ਨਾਮੋ ਭੁੱਲੈ ਜਮ ਕਾ ਦੁੱਖ ਸਹਿਣਾ, ਪਰ ਪਰਮਾਤਮਾ ਦੇ ਨਾਮ ਤੋਂ ਜੋ ਜੋ ਖੁੰਝਦੇ ਹਨ, ਉਹ ਜਮ ਦਾ ਦੁੱਖ ਸਹਾਰਦਾ ਹੈ। ਉਹ ਆਪਣੀ ਆਤਮਿਕ ਮੌਤ ਹੀ ਵੀ ਸਹੇੜ ਲੈਂਦਾ ਹੈ। ਇਸੇ ਕਰਕੇ ਹੇ ਪ੍ਰਭੂ, ਮੈਂ ਧਰ ਨਾਮ ਜਿਉਂ ਰਾਖੋ ਰਹਿਣਾ, ਮੈਨੂੰ ਤੇਰਾ ਨਾਮ ਹੀ ਸਹਾਰਾ ਹੈ। ਮੈਂ ਇਹੀ ਅਰਦਾਸ ਕਰਦਾ ਹਾਂ ਕਿ ਜਿਵੇਂ ਹੋ ਸਕੇ ਮੈਨੂੰ ਆਪਣੇ ਨਾਮ ਵਿੱਚ ਜੋੜੀ ਰੱਖ, ਮੈਂ ਤੇਰੇ ਨਾਮ ਵਿੱਚ ਹੀ ਟਿਕਿਆ ਰਹਾਂ। ਚੌਧਰੀ ਰਾਜੇ ਨਹੀਂ ਕਿਸੇ ਮੁਕਾਮ, ਚੌਧਰੀ ਹੋਣ ਰਾਜੇ ਹੋਣ, ਕਿਸੇ ਦਾ ਵੀ ਇੱਥੇ ਪੱਕਾ ਡੇਰਾ ਨਹੀਂ ਹੈ। ਸਾਹ ਮਰਹਿ ਸੰਚੈ ਮਾਇਆ ਦਾਮ, ਪਰ ਜਿਹੜੇ ਸ਼ਾਹ ਨਿਰੀ ਮਾਇਆ ਦੀ ਜੋੜਦੇ ਹਨ, ਨਿਰੇ ਪੈਸੇ ਹੀ ਇਕੱਠੇ ਕਰਦੇ ਹਨ, ਉਹ ਆਤਮਿਕ ਮੌਤ ਮਰ ਜਾਂਦੇ ਹਨ। ਮੈਂ ਤਨ ਦੀਜੈ ਹਰ ਅੰਮ੍ਰਿਤ ਨਾਮ, ਹੇ ਹਰੀ ਮੈਨੂੰ ਆਤਮਿਕ ਜੀਣ ਦੇਣ ਵਾਲਾ ਆਪਣਾ ਨਾਮ ਧਨ ਬਖਸ਼। ਰੈਅਤ ਮਹਿਰ ਮੁਕਦਮ ਸਿਕਦਾਰੈ, ਪਰਜਾ ਪਰਜਾ ਦੇ ਮੁਖੀਏ ਚੌਧਰੀ ਸਰਦਾਰ। ਨਿਸ਼ਚਲ ਕੋਇ ਨਾ ਦਿਸੇ ਸੰਸਾਰੈ, ਕੋਈ ਵੀ ਐਸਾ ਨਹੀਂ ਦਿਸਦਾ ਜੋ ਸੰਸਾਰ ਵਿੱਚ ਸਦਾ ਟਿਕਿਆ ਰਹਿ ਸਕੇ। ਅਫਰੋ ਕਾਲ ਕੂੜ ਸਿਰ ਮਾਰੈ, ਪਰ ਬਲੀ ਕਾਲ ਉਸ ਦੇ ਸਿਰ ਉੱਤੇ ਚੋਟਾਂ ਮਾਰਦਾ ਹੈ, ਉਸ ਨੂੰ ਆਤਮ ਮੌਤ 'ਤੇ ਮਾਰਦਾ ਹੈ, ਜਿਸ ਦੇ ਹਿਰਦੇ ਵਿੱਚ ਮਾਇਆ ਦਾ ਮੋਹ ਹੈ। ਨਿਸ਼ਚਲ ਏਕ ਸੱਚਾ ਸੱਚ ਸੋਈ, ਸਦਾ ਅਟਲ ਰਹਿਣ ਵਾਲਾ ਕੇਵਲ ਇੱਕੋ ਇੱਕ ਪਰਮਾਤਮਾ ਹੀ ਹੈ। ਜਿਨ ਕਰ ਸਾਜੀ ਤਿਨੇ ਸਭ ਗੋਈ, ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਬਣਾਈ ਹੈ, ਉਹ ਆਪ ਹੀ ਇਸ ਨੂੰ ਆਪਣੇ ਅੰਦਰ ਲੈ ਕਰ ਲੈਂਦਾ ਹੈ। ਉਹ ਗੁਰਮੁਖ ਜਾਪੈ ਤਾਂ ਪਤ ਹੋਈ, ਉਹ ਜਦੋਂ ਗੁਰੂ ਦੀ ਸ਼ਰਨ ਪਿਆ, ਉਹ ਪਰਮਾਤਮਾ ਹਰ ਥਾਂ ਦਿਸ ਪਏ ਤਾਂ ਜੀਵ ਦਾ ਆਤਮਿਕ ਜੀਵਨ ਪਰਲਦਾ ਹੈ, ਬਦਲ ਜਾਂਦਾ ਹੈ। ਤਦ ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ। ਕਾਜੀ ਸ਼ੇਖ ਫੇਕ ਫਕੀਰਾ, ਕਾਜੀ ਅਖਵਾਉਣ, ਸ਼ੇਖ ਖਵਾਉਣ, ਵੱਡੇ ਵੱਡੇ ਭੇਖਾਂ ਵਾਲੇ, ਫਕੀਰ ਖਵਾਉਣ। ਵੱਡੇ ਕਹਾਵੈ ਹਉਮੈ ਧਨ ਪੀਰਾ, ਦੁਨੀਆ ਵਿੱਚ ਆਪਣੇ ਆਪ ਨੂੰ ਵੱਡੇ ਵੱਡੇ ਅਖਵਾਉਣ, ਪਰ ਜੇ ਸਰੀਰ ਵਿੱਚ ਹਉਮੈ ਦੀ ਪੀੜ ਹੈ। ਕਾਲ ਨਾ ਛੋੜੈ ਬਿਨ ਸਤਿ ਗੁਰੂ ਕੀ ਧੀਰਾ, ਤਾਂ ਮੌਤ ਖਲਾਸੀ ਨਹੀਂ ਕਰਦੀ, ਮੌਤ ਤੋਂ ਖਲਾਸੀ ਨਹੀਂ ਹੁੰਦੀ, ਭਾਵ ਮੁਕਤੀ ਨਹੀਂ ਹੁੰਦੀ। ਆਤਮਿਕ ਮੌਤ ਖਲਾਸੀ ਨਹੀਂ ਕਰਦੀ, ਆਤਮਿਕ ਜੀਵਨ ਪਰਲਦਾ ਹੈ, ਪਲਰਦਾ ਹੈ, ਪੋਲਰਦਾ ਨਹੀਂ। ਸਤਿਗੁਰ ਤੋਂ ਮਿਲੇ ਨਾਮ ਆਧਾਰ ਤੋਂ ਬਿਨਾਂ ਇਹ ਆਤਮਿਕ ਮੌਤ ਟਿਕੀ ਹੀ ਰਹਿੰਦੀ ਹੈ। ਜਦ ਤੱਕ ਗੁਰੂ ਦੀ ਨਜ਼ਰ ਬਖਸ਼ਿਸ਼ ਨਹੀਂ ਹੁੰਦੀ, ਉਸ ਦੇ ਨਾਮ ਵਿੱਚ ਬੰਦਾ ਨਹੀਂ ਜੁੜਦਾ, ਤਦ ਤੱਕ ਇਹ ਮੌਤ ਤੋਂ ਖਲਾਸੀ ਵੀ ਨਹੀਂ ਹੁੰਦੀ। ਜਨਮ ਮਰਨ ਦੇ ਗੇੜ ਤੋਂ ਬੰਦਾ ਨਹੀਂ ਨਿਕਲਦਾ। ਕਾਲ ਜਾਮ ਜੀਵਾ ਅਰ ਨੈਣੀ, ਨਿੰਦਿਆ ਆਦਿਕ ਦੇ ਕਾਰਨ ਜੀਵ ਦੇ ਰਾਹੀਂ, ਪਰਾਇਆ ਰੂਪ ਤੱਕਣ ਦੇ ਕਾਰਨ ਅੱਖਾਂ ਦੇ ਰਾਹੀਂ। ਕਾਨੀ ਕਾਲ ਸੁਣੇ ਬਿਖ ਬੈਣੀ, ਤੇ ਕੰਨਾਂ ਦੇ ਰਾਹੀਂ, ਕਿਉਂਕਿ ਜੀਵ ਆਤਮਿਕ ਮੌਤ ਲਿਆਉਣ ਵਾਲੇ ਨਿੰਦਕ
ਆਦਿਕ ਦੇ ਬਚਨ ਸੁਣਦਾ ਹੈ। ਆਤਮਕ ਮੌਤ ਦਾ ਜਾਲ ਜੀਵ ਦੇ ਸਿਰ ਉੱਤੇ ਸਦਾ ਤਣਿਆ ਰਹਿੰਦਾ ਹੈ। ਬਿਨ ਸ਼ਬਦੇ ਮੂਠੇ ਦਿਨ ਰਹਿਣੀ। ਗੁਰੂ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾਂ ਜੀਵ ਦਿਨ ਰਾਤ ਆਤਮਕ ਜੀਵਨ ਦੇ ਗੁਣ ਤੋਂ ਲੁੱਟੇ ਜਾ ਰਹੇ ਹਨ। ਹਿਰਦੇ ਸਾਚ ਵਸੇ ਹਰ ਨਾਏ, ਕਾਲ ਨਾ ਜੋਹੇ ਸਕੇ ਗੁਣ ਗਾਏ। ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ ਥਿਰ ਪ੍ਰਭੂ ਦਾ ਸਦਾ ਵਸਿਆ ਰਹਿੰਦਾ ਹੈ, ਜੋ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸਦਾ ਟਿਕਿਆ ਰਹਿੰਦਾ ਹੈ, ਆਤਮਕ ਮੌਤ ਦਾ ਸਹਿਮ ਉਸ ਵੱਲ ਕਦੇ ਵੀ ਨਹੀਂ ਆ ਸਕਦਾ। ਉਹ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ। ਨਾਨਕ ਗੁਰਮੁਖ ਸਦਾ ਸ਼ਬਦ ਸਮਾਏ। ਨਾਨਕ ਗੁਰਮੁਖ ਸ਼ਬਦ ਸਮਾਏ। ਹੇ ਨਾਨਕ, ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਗੁਰ ਸ਼ਬਦ ਦੇ ਰਾਹੀਂ ਪ੍ਰਭੂ ਚਰਨਾਂ ਵਿੱਚ ਸਦਾ ਲੀਨ ਰਹਿੰਦਾ ਹੈ, ਟਿਕਿਆ ਰਹਿੰਦਾ ਹੈ। ਗੌੜੀ ਮਹੱਲਾ ਪਹਿਲਾ। ਗੌੜੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਬੋਲੇ ਸਾਚ ਮਿਥਿਆ ਨਾਹੀ ਰਾਈ। ਜਿਹੜੇ ਮਨੁੱਖ ਸਦਾ ਅਟਲ ਰਹਿਣ ਵਾਲਾ ਬੋਲ ਹੀ ਬੋਲਦੇ ਹਨ, ਰੱਤਾ ਵੀ ਝੂਠ ਨਹੀਂ ਬੋਲਦੇ। ਚਾਲੈ ਗੁਰਮੁਖ ਹੁਕਮ ਰਜਾਈ। ਗੁਰੂ ਦੇ ਸਨਮੁਖ ਰਹਿ ਕੇ ਰਜਾ ਦੇ ਮਾਲਕ ਪ੍ਰਭੂ ਦੇ ਹੁਕਮ ਵਿੱਚ ਤੁਰਦੇ ਹਨ। ਰਹੇ ਅਤੀਤ ਸੱਚੇ ਸਰਨਾਈ। ਉਹ ਸਦਾ ਥਿਰ ਪ੍ਰਭੂ ਦੀ ਸ਼ਰਨ ਵਿੱਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦੇ ਹਨ। ਸੱਚ ਕਰ ਬੈਸੈ ਕਾਲ ਨਾ ਜੋ ਹੈ। ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਦੇ ਚਰਨਾਂ ਵਿੱਚ ਟਿਕਿਆ ਰਹਿੰਦੇ ਹੈ, ਉਸ ਨੂੰ ਮੌਤ ਦਾ ਸਹਿਮ ਪੋ ਨਹੀਂ ਸਕਦਾ। ਉਸ ਦੇ ਆਤਮਿਕ ਜੀਵਨ ਨੂੰ ਕੋਈ ਖਤਰਾ ਨਹੀਂ ਹੁੰਦਾ। ਮਨ ਮੁਖ ਕੋ ਆਵਤ ਜਾਵਤ ਦੁਖ ਮੋਹੈ ਰਹਾਉ। ਪਰ ਆਪਣੇ ਮਨ ਦੇ ਮਰੀਦ ਮਨੁੱਖ ਨੂੰ ਮੋਹ ਵਿੱਚ ਫਸੇ ਹੋਣ ਦੇ ਕਾਰਨ ਜਨਮ ਮਰਨ ਦੇ ਦੁੱਖ ਦਬਾਈ ਰੱਖਦਾ ਹੈ। ਰਹਾਉ ਰੁਕ ਜਾਣਾ। ਅਪਿਓ ਪਿਓ ਕਥ ਕਥ ਅਕਥ ਕਥਾ ਰਹੀ ਹੈ। ਅਪਿਓ ਪਿਓ ਕਥ ਅਕਥ ਰਹੀ ਹੈ, ਅਕਥ ਅਕਥ ਰਹੀ ਹੈ। ਕੋਈ ਵੀ ਜੀਵ ਨਾਮ ਰਸ ਪੀਏ ਤੇ ਪੀ ਕੇ ਵੇਖ ਲਏ। ਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਕੇ ਨਿਜ ਘਰ ਬੈਸ ਸਹਿਜ ਕਰ ਲਈਐ। ਨਿਜ ਘਰ ਵਿੱਚ ਟਿਕੇ ਰਹਿ ਸਕੀਦਾ ਹੈ ਤੇ ਉਸ ਸਵੈ ਸਰੂਪ ਵਿੱਚ ਬੈਠ ਕੇ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਸਕੀਦਾ ਹੈ। ਹਰ ਰਸ ਮਾਤੈ ਇਹੋ ਸੁਖ ਕਹੀਐ। ਹਰ ਨਾਮ ਰਸ ਵਿੱਚ ਮਸਤ ਹੋਇਆਂ ਇਹ ਕਹਿ ਸਕੀਦਾ ਹੈ ਕਿ ਇਹੀ ਹੈ ਅਸਲ ਆਤਮਿਕ ਸੁਖ। ਗੁਰਮਤਿ ਚਾਲ ਨਿਸ਼ਚਲ ਨਹੀਂ ਡੋਲੈ। ਗੁਰੂ ਦੀ ਮੱਤ ਤੇ ਤੁਰਨ ਵਾਲੀ ਜੀਵਨ ਜੁਗਤੀ ਐਸੀ ਹੈ ਕਿ ਇਸ ਨੂੰ ਮਾਇਆ ਦਾ ਮੋਹ ਹਿਲਾ ਨਹੀਂ ਸਕਦਾ। ਮਾਇਆ ਦੇ ਮੋਹ ਵਿੱਚ ਇਹ ਡੋਲ ਨਹੀਂ ਸਕਦੀ। ਗੁਰਮਤਿ ਸਾਚ ਸਹਿਜ ਹਰ ਬੋਲੈ। ਜਿਹੜਾ ਮਨੁੱਖ ਗੁਰੂ ਦੀ ਮੱਤ ਧਾਰਨ ਕਰਕੇ ਸਦਾ ਥਿਰ ਪ੍ਰਭੂ ਵਿੱਚ ਅਡੋਲ ਆਤਮਿਕ ਅਵਸਥਾ ਵਿੱਚ ਟਿਕ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਪੀਵੈ ਅੰਮ੍ਰਿਤ ਤਤ ਵਿਰੋਲੈ। ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਾ ਹੈ। ਉਹ ਅਸਲੀਅਤ ਨੂੰ ਬਰੋਲ ਕੇ ਲੱਭ ਲੈਂਦਾ ਹੈ। ਸਤਿਗੁਰੂ ਦੇਖਿਆ ਦਿਖਿਆ ਲੀਨੀ। ਸਤਿਗੁਰੂ ਦੇਖਿਆ ਦਿਖਿਆ ਲੀਨੀ। ਜਿਸ ਮਨੁੱਖ ਨੇ ਪੂਰੇ ਗੁਰੂ ਦਾ ਦਰਸ਼ਨ ਕਰ ਲਿਆ ਹੈ, ਗੁਰੂ ਦੀ ਸਿੱਖਿਆ ਗ੍ਰਹਿਣ ਕਰ ਲਈ ਹੈ, ਮਨ ਤਨ ਅਰਪਿਓ ਅੰਤਰਗਤ ਕੀਨੀ। ਆਪਣੇ ਅੰਤਰ ਆਤਮੇ ਵਸਾ ਲਈ ਹੈ। ਉਸ ਸਿੱਖਿਆ ਦੀ ਖਾਤਰ ਆਪਣਾ ਮਨ ਤੇ ਆਪਣਾ ਤਨ ਭੇਟ ਕਰ ਦਿੱਤਾ ਹੈ। ਗਤ ਮਿਤ ਪਾਈ ਆਤਮ ਚੀਨੀ। ਤੇ ਜਿਸ ਮਨੁੱਖ ਨੇ ਇਸ ਸਿੱਖਿਆ ਦੀ ਬਰਕਤ ਨਾਲ ਸਦਾ ਥਿਰ ਪ੍ਰਭੂ ਦੇ ਚਰਨਾਂ ਵਿੱਚ ਜੁੜਨਾ ਸ਼ੁਰੂ ਕਰ ਦਿੱਤਾ ਹੈ, ਉਸ ਨੇ ਆਪਣੇ ਅਸਲੇ ਨੂੰ ਪਛਾਣ ਲਿਆ ਹੈ। ਉਸ ਨੂੰ ਸਮਝ ਆ ਗਈ ਹੈ ਕਿ ਪਰਮਾਤਮਾ ਸਭ ਤੋਂ ਉੱਚੀ ਆਤਮਿਕ ਅਵਸਥਾ ਵਾਲਾ ਹੈ ਤੇ ਬੇਅੰਤ ਵਡਾਈ ਦੇਣ ਵਾਲਾ ਹੈ।
ਭੋਜਨ ਨਾਮ ਨਿਰੰਜਨ ਸਾਰ। ਜਿਹੜਾ ਮਨੁੱਖ ਸਦਾ ਥਿਰ ਪ੍ਰਭੂ ਦੇ ਚਰਨਾਂ ਵਿੱਚ ਜੁੜਦਾ ਹੈ, ਨਿਰੰਜਨ ਦੇ ਸ੍ਰੇਸ਼ਟ ਨਾਮ ਨੂੰ ਆਪਣੀ ਆਤਮਿਕ ਖੁਰਾਕ ਬਣਾਉਂਦਾ ਹੈ। ਪਰਮਹੰਸ ਸੱਚ ਜੋਤ ਅਪਾਰ। ਉਹ ਸਦਾ ਥਿਰ ਰਹਿਣ ਵਾਲਾ ਪਰਮਹੰਸ ਬਣ ਜਾਂਦਾ ਹੈ। ਬੇਅੰਤ ਪ੍ਰਭੂ ਦੀ ਜੋਤ ਉਸ ਦੇ ਅੰਦਰ ਚਮਕ ਪੈਂਦੀ ਹੈ। ਜੈ ਦੇਖੋ ਤੈਂ ਏਕ ਓਂਕਾਰ। ਬੇਸ਼ੱਕ ਕਿਸੇ ਵੀ ਪਾਸੇ ਉਹ ਤੱਕ ਕੇ ਵੇਖ ਲਏ, ਉਸ ਨੂੰ ਹਰ ਥਾਂ ਇੱਕ ਪਰਮਾਤਮਾ ਹੀ ਦਿਸਦਾ ਹੈ। ਰਹੇ ਨਿਰਾਲਮ ਏਕਾ ਸੱਚ ਕਰਨੀ। ਸੱਚ ਘਰ ਵਿੱਚ ਬੈਠਣ ਵਾਲਾ ਉਹ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ। ਸਦਾ ਥਿਰ ਪ੍ਰਭੂ ਦਾ ਸਿਮਰਨ ਹੀ ਉਸ ਦੀ ਨਿੱਤ ਦੀ ਕਾਰ ਹੋ ਜਾਂਦੀ ਹੈ। ਪਰਮ ਪਦ ਪਾਇਆ ਸੇਵਾ ਗੁਰ ਚਰਨੀ। ਗੁਰੂ ਦੀ ਦੱਸੀ ਸੇਵਾ ਕਰਕੇ ਗੁਰੂ ਦੇ ਚਰਨਾਂ ਵਿੱਚ ਟਿਕਿਆ ਰਹਿ ਕੇ ਉਹ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ। ਮਨ ਤੇ ਮਨ ਮਾਨਿਆ ਚੂਕੀ ਅਹੰ ਪਰਮ ਮਨੀ। ਅੰਦਰੇ ਅੰਦਰ ਉਸ ਦਾ ਮਨ ਸਿਮਰਨ ਵਿੱਚ ਗਿੱਝ ਜਾਂਦਾ ਹੈ। ਹਉਮੈ ਵਾਲੀ ਉਸ ਦੀ ਭਟਕਣਾ ਮੁੱਕ ਜਾਂਦੀ ਹੈ। ਇਨ ਬਿਦ ਕੌਣ ਕੌਣ ਨਹੀਂ ਤਾਰਿਆ। ਸੱਚ ਘਰ ਵਿੱਚ ਬੈਠੇ ਰਹਿਣ ਦੀ ਇਸ ਵਿਧੀ ਨੇ ਕਿਸ ਕਿਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਾਇਆ। ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ ਕਿ ਜੋ ਇਸ ਸ਼ਬਦ ਵਿੱਚ ਜੁੜ ਜਾਂਦਾ ਹੈ, ਇਸ ਦੀ ਸਿਫਤ ਸਲਾਹ ਜੁੜ ਜਾਂਦਾ ਹੈ, ਗੁਰੂ ਦੀ ਮੱਤ 'ਤੇ ਚੱਲਦਾ ਹੈ, ਉਹ ਸਾਰਿਆਂ ਨੂੰ ਗੁਰੂ ਸਾਹਿਬ ਨੇ ਪਾਰ ਲੰਘਾਇਆ ਹੈ। ਹਰ ਜਸ ਸੰਤ ਭਗਤ ਨਿਸਤਾਰਿਆ। ਪਰਮਾਤਮਾ ਦੀ ਸਿਫਤ ਸਲਾਹ ਦੇ ਸਾਰੇ ਸੰਤਾਂ ਨੂੰ ਭਗਤਾਂ ਨੂੰ ਪਾਰ ਲੰਘਾ ਦਿੱਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 228 ਅੰਗ 'ਤੇ ਜਾ ਰਹੇ ਹਾਂ। ਇਸ 'ਤੇ ਗੁਰੂ ਸਾਹਿਬ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਪ੍ਰਭ ਪਾਏ ਹਮ ਅਵਰ ਨਾ ਭਾਰਿਆ। ਜਿਸ ਨੇ ਜਸ ਕੀਤਾ ਹੈ, ਉਸ ਮਾਲਕ ਦੀ ਵਡਿਆਈ ਕੀਤੀ ਹੈ, ਉਸ ਦੀ ਸਿਫਤ ਸਲਾਹ ਕੀਤੀ ਹੈ, ਉਸ ਨੂੰ ਪ੍ਰਭੂ ਜੀ ਮਿਲ ਪਏ। ਮੈਂ ਵੀ ਪ੍ਰਭੂ ਦੀ ਸਿਫਤ ਸਲਾਹ ਦੀ ਕਰਦਾ ਹਾਂ ਅਤੇ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਭਾਲਦਾ। ਸਾਚ ਮਹਿਲ ਗੁਰ ਅਲਖ ਲਖਾਇਆ। ਸਦਾ ਥਿਰ ਪ੍ਰਭੂ ਦੇ ਮਹਿਲ ਵਿੱਚ ਅੱਪੜ ਕੇ ਗੁਰੂ ਨੇ ਜਿਸ ਮਨੁੱਖ ਨੂੰ ਅਲਖ ਪ੍ਰਭੂ ਦਾ ਸਰੂਪ ਹਿਰਦੇ ਵਿੱਚ ਪ੍ਰਤੱਖ ਕਰ ਦਿੱਤਾ ਹੈ। ਨਿਸ਼ਚਲ ਮਹਿਲ ਨਹੀਂ ਛਾਇਆ ਮਾਇਆ। ਉਸ ਨੂੰ ਉਹ ਅਚਲ ਟਿਕਾਣਾ ਸਦਾ ਲਈ ਪ੍ਰਾਪਤ ਹੋ ਜਾਂਦਾ ਹੈ, ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਸਾਚ ਸੰਤੋਖੈ ਭਰਮ ਚੁਕਾਇਆ। ਜਿਹੜੇ ਬੰਦੇ ਸਦਾ ਥਿਰ ਪ੍ਰਭੂ ਵਿੱਚ ਜੁੜ ਕੇ ਮਾਇਆ ਵੱਲੋਂ ਰੱਜ ਜਾਂਦੇ ਹਨ, ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ। ਜਿਨ ਕੈ ਮਨ ਵਸਿਆ ਸੱਚ ਸੋਈ। ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਉਹ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਵਸ ਪੈਂਦਾ ਹੈ, ਤਿਨ ਕੀ ਸੰਗਤ ਗੁਰਮੁਖ ਹੋਈ। ਉਹਨਾਂ ਦੀ ਸੰਗਤ ਜਿਸ ਮਨੁੱਖ ਨੂੰ ਗੁਰੂ ਦੀ ਸ਼ਰਨ ਪੈ ਕੇ ਪ੍ਰਾਪਤ ਹੁੰਦੀ ਹੈ। ਨਾਨਕ ਸਾਚ ਨਾਮ ਮਲ ਖੋਈ। ਹੇ ਨਾਨਕ, ਉਹ ਮਨੁੱਖ ਪ੍ਰਭੂ ਦੇ ਸਦਾ ਥਿਰ ਨਾਮ ਵਿੱਚ ਜੁੜ ਕੇ ਆਪਣੇ ਮਨ ਦੀ ਵਿਕਾਰਾਂ ਦੀ ਮੈਲ ਸਾਫ਼ ਕਰ ਲੈਂਦੇ ਹਨ। ਨਾਨਕ ਸਾਚ ਨਾਮ ਮਲ ਖੋਈ। ਹੇ ਨਾਨਕ, ਉਹ ਮਨੁੱਖ ਪ੍ਰਭੂ ਦੇ ਸਦਾ ਥਿਰ ਨਾਮ ਵਿੱਚ ਜੁੜ ਕੇ ਆਪਣੇ ਮਨ ਦੀ ਵਿਕਾਰਾਂ ਦੀ ਮੈਲ ਸਾਫ਼ ਕਰ ਲੈਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤੋਂ ਅੱਗੇ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਅੱਗੇ ਵਿਚਾਰ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਗੁਰੂ ਨਾਨਕ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਦੇ ਹਾਂ। ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ, ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਜੀ ਬਖਸ਼ਣਹਾਰ ਹਨ, ਬਖਸ਼ੰਦ ਪਿਤਾ ਹਨ, ਬਖਸ਼ ਲੈਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਵੀ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।